ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਮਨ ਵਿਕਾਰੀ ਹੋਵੇ, ਮੈਲਾ ਲੱਗੇ ਤੇ ਵਸ ਕੋਈ ਨਾ ਚੱਲੇ, ਸਭ ਕੁਛ ਕਰਕੇ ਦੇਖ ਲਿਆ ਹੋਵੇ ਤਾਂ ਜਿਵੇਂ ਡਾਕਟਰ ਕੋਲ ਜਾਣਾ ਪੈਂਦਾ ਹੈ ਨਾ, ਫਿਰ ਮਨ ਦੇ ਡਾਕਟਰ ਕੋਲ। ਤੇ ਮਨ ਦਾ ਡਾਕਟਰ ਕੌਣ ਆ? ਵਾਹਿਗੁਰੂ। ਮਨ ਕਿਹਦੇ ਵੱਸ ਆ? ਵਾਹਿਗੁਰੂ ਦੇ। ਉਹਨੇ ਆਪ ਹੀ ਬਣਾਇਆ ਹੈ ਨਾ, ਉਹਦੇ ਵੱਸ ਆ। ਤੇ ਫਿਰ ਇਸ ਤਾਲੇ ਦੀ ਚਾਬੀ ਉਹਦੇ ਤੋਂ ਹੀ ਲੈਣੀ ਪੈਂਦੀ ਆ। ਤੇ ਬਜਾਏ ਇਸ ਦੇ ਕਿ ਹੋਰ ਵਿਕਾਰਾਂ ਵੱਲ ਵਧੀਏ ਤੇ ਆਪਣਾ ਸਮਾਂ ਖਰਾਬ ਕਰੀਏ, ਕਿਉਂਕਿ ਜੇ ਵੱਧਦੇ ਗਏ ਤਾਂ ਫਿਰ ਇੱਕ ਸਮਾਂ ਐਸਾ ਵੀ ਆ ਜਾਣਾ ਕਿ ਉਹੀ ਚੰਗੇ ਲੱਗਣੇ ਸ਼ੁਰੂ ਹੋ ਜਾਣੇ ਤੇ ਵਾਪਿਸ ਆਉਣ ਦਾ ਜਿਹੜਾ ਖਿਆਲ ਆ ਉਹ ਧੁੰਦਲਾ ਪੈਂਦਾ ਜਾਂਦਾ। ਤੇ ਇਸ ਤੋਂ ਪਹਿਲਾਂ ਕਿ ਐਸੀ ਨੌਬਤ ਆਵੇ ਤੇ ਬਾਣੀ ਨਹੀਂ ਬਚਾਉਣਾ, ਬਾਣੀ ਰੂਪੀ ਅਰਦਾਸ ਕਰਨੀ। ਅਰਦਾਸ ਵੀ ਜਿਹੜੀ ਹੈ ਨਾ, ਉਹ ਜਿੰਨੀ ਬਾਣੀ ਰੂਪ 'ਚ ਹੋਏਗੀ ਓਨਾ ਹੀ ਅੰਦਰੋਂ ਵਿਕਾਰ ਬਾਹਰ ਨੂੰ ਭੱਜਣਗੇ, ਕਿਉਂਕਿ ਸਾਡੇ ਬੋਲ ਉਸ ਲੈਵਲ ਦੇ ਨਹੀਂ ਆ ਕਿ ਅਸੀਂ ਉਹਨੂੰ ਰਿਝਾ ਲਈਏ। ਪਰ ਇਹ ਜਿਹੜੇ ਬੋਲ ਆ ਨਾ, ਜਿਹੜੇ ਗੁਰੂ ਨਾਨਕ ਨੇ ਦਿੱਤੇ ਆ, ਇਹਨਾਂ 'ਚ ਬਹੁਤ ਤਾਕਤ ਆ। ਤੇ ਅਸੀਂ ਇਹਨਾਂ ਬੋਲਾਂ ਦਾ ਹੀ ਰੂਪ ਹੋ ਜਾਈਏ। ਇਹ ਤਾਂ ਪਹੁੰਚੇ ਹੀ ਨੇ, ਇਹ ਤਾਂ ਪਹਿਲਾਂ ਹੀ ਪਹੁੰਚੇ ਹੋਏ ਨੇ ਤੇ ਸਾਡੇ ਪਤਾ ਨਹੀਂ ਪਹੁੰਚਣੇ ਕਿ ਨਹੀਂ ਪਹੁੰਚਣੇ। ਪਰ ਜੇ ਅਸੀਂ ਇਹ ਹੀ ਗਾ ਲਈਏ ਨਾ, ਧੁਰੋਂ ਗਾ ਲਈਏ, ਤਾਂ ਇਹ ਤਾਂ ਫਿਰ ਪਹੁੰਚੇ ਹੀ ਆ। ਇਹ ਬੇਨਤੀ ਤਾਂ ਪਹੁੰਚੀ ਹੀ ਆ। ਤੇ ਮਾਇਆ 'ਚ, ਵਿਕਾਰਾਂ 'ਚ ਖੱਜਲ ਹੋਣ ਤੋਂ ਚੰਗਾ ਹੈ ਕਿ ਉਹਦੇ ਅੱਗੇ ਕੋਈ ਐਸੀ ਅਰਦਾਸ ਕਰ ਲਈ ਜਾਵੇ ਜਿਹੜੀ ਅੰਦਰ ਕੌਨਫੀਡੈਂਸ ਦੇ ਦੇਵੇ, ਜਿਹੜੀ ਪਿੱਛੇ ਨੂੰ ਲੈ ਆਵੇ। ਤੇ ਉਸੇ ਹੀ ਅਰਦਾਸ 'ਚੋਂ ਇੱਕ ਸ਼ਬਦ ਨਿਕਲਿਆ ਹੋਇਆ, ਗੁਰੂ ਅਰਜਨ ਦੇਵ ਜੀ ਬੋਲ ਰਹੇ, ਸੋਰਠ ਮਹੱਲਾ 5ਵਾਂ। ਤੇ ਕਹਿ ਰਹੇ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। माधो हम ऐसे तू ऐसा, हम पापी तुम पाप खंडन, नीको ठाकुर देसा। हम मैले तुम उजल करते, हम निर्गुण तू दाता, हम मूर्ख तुम चतुर सियाणे, तू सर्ब कला का ज्ञाता। हम मैले, ਹੁਣ ਦੇਖੋ ਆ ਜਿੱਥੇ ਕਹਿ ਰਿਹਾ ਨਾ ਹਮ ਮੈਲੇ, ਇਹਦੇ 'ਚ ਆਪਣੀ ਦਾਸਤਾਨ ਉਹਦੇ ਅੱਗੇ ਰੱਖ ਦੇਣੀ ਆ। ਹੇ ਵਾਹਿਗੁਰੂ, ਹਮ ਮੈਲੇ, ਇਹ ਤਾਂ ਮੇਰੀ ਗੱਲ ਹੋ ਰਹੀ ਆ। ਹਮ ਮੈਲੇ, ਮੈਂ ਬਾਣੀ ਵੀ ਪੜ੍ਹਦਾ ਹਾਂ ਤਾਂ ਵੀ ਵਿਕਾਰਾਂ 'ਚ ਗ੍ਰਸਤ ਹੋ ਜਾਂਦਾ। ਬਾਣੀ ਪੜ੍ਹਦਿਆਂ ਵੀ ਵਿਕਾਰ ਮੇਰੇ ਅੰਦਰ ਜਾ ਨਹੀਂ ਰਹੇ, ਇਸ ਲਈ ਹਮ ਮੈਲੇ। ਮੈਂ ਕੁਛ ਵੀ ਕਰਾਂ, ਵਿਕਾਰ ਮੇਰਾ ਪਿੱਛਾ ਨਹੀਂ ਛੱਡ ਰਹੇ।
हम मैले तुम उजल करते, तू सही करने वाला है। हम मैले तुम उजल करते, तू डॉक्टर है। ते जोड़ी रल गई ना, मैं विकारी मैं मरीज, तुम उजल करते, तू सही करने वाला है। हम निर्गुण तू दाता, मेरे च कोई गुण नहीं। ते जदों इदां दी अरदास निकलदी है कि मैं कुछ नहीं, तू तो सब कुछ है, तू सही कर दे। फिर जदों ऐसी अरदास निकलदी है, हम मूर्ख तुम चतुर सियाणे। जदों विकार भालदा आ, जदों विकारां च ग्रस्त रहिंदा आ, उदों ਉਹਦਾ ਮਨ ਚੋਰ ਬਣਿਆ ਹੁੰਦਾ ਕਿ ਕਿਸੇ ਨੂੰ ਪਤਾ ਨਾ ਚੱਲੇ। ਉਦੋਂ ਸਿਆਣਪ ਜਿਹੜੀ ਆ ਉਹਨੂੰ ਫੀਲ ਹੁੰਦੀ ਹੈ ਕਿ ਕਿਸੇ ਨੂੰ ਪਤਾ ਨਹੀਂ ਚੱਲਿਆ। ਬਚ ਕੇ ਲੁਕ ਕੇ ਚੋਰ ਵਾਲੀ ਬਿਰਤੀ ਅੰਦਰ ਧਾਰਨ ਕਰਕੇ ਵਿਕਾਰ ਸਹੇੜਦਾ ਆ, ਚਤੁਰ ਬਣਦਾ ਆ ਕਿ ਕਿਸੇ ਨੂੰ ਪਤਾ ਨਹੀਂ ਚੱਲ ਰਿਹਾ। ਪਰ ਹੁਣ ਬੇਨਤੀ ਕਰਨ ਆਇਆ ਆ ਤੇ ਉਹਨੂੰ ਪਤਾ ਆ ਕਿ ਮੂਰਖ ਮੈਂ ਹੀ ਆ, ਸਭ ਤੋਂ ਸਿਆਣਾ ਤੂੰ ਆ। ਲੋਕਾਂ ਤੋਂ ਲੁਕਾਊਂਗਾ ਪਰ ਤੇਰੇ ਤੋਂ ਥੋੜੇ ਲੁਕਣਾ ਆ। ਹਮ ਮੂਰਖ ਤੁਮ ਚਤੁਰ ਸਿਆਣੇ। ਹੁਣ ਇੱਥੇ ਆ ਕੇ ਮੰਨ ਲਿਆ ਕਿ ਸਿਆਣਾ ਤੂੰ ਹੀ ਆ, ਚਤੁਰ ਤੂੰ ਹੀ ਆ ਤੇ ਮੂਰਖ ਮੈਂ ਆ। ਹੁਣ ਐਕਸੈਪਟ ਕਰ ਰਿਹਾ ਸਾਰੀਆਂ ਚੀਜ਼ਾਂ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਜਿਵੇਂ ਇੱਕ ਵਿਕਾਰੀ ਗ੍ਰਸਤ ਹੋ ਜਾਂਦਾ ਨਾ, ਉਹਨੂੰ ਆਪਣੀ ਫੀਲਡ ਦਾ ਇੱਕ ਹੁਨਰ ਆ ਜਾਂਦਾ ਕਿ ਵਿਕਾਰ ਨੂੰ ਕਿਸ ਢੰਗ ਨਾਲ ਪੂਰਾ ਭੋਗਿਆ ਜਾਏ। ਜਿਵੇਂ ਇੱਕ ਨਸ਼ੇ ਕਰਨ ਵਾਲੇ ਨੂੰ ਪਤਾ ਹੁੰਦਾ, ਨਸ਼ੇ ਦੀ ਹਰ ਇੱਕ ਚੀਜ਼ ਉਹਨੂੰ ਪਤਾ ਹੁੰਦੀ। ਜਿਵੇਂ ਕੋਈ PhD ਕੀਤੀ ਹੋਵੇ ਕਿ ਇਸ ਨਸ਼ੇ 'ਚ ਕੈਸਾ ਮਜ਼ਾ ਆ, ਕਿੱਦਾਂ ਇਹਨੂੰ ਵਧਾਇਆ ਜਾ ਸਕਦਾ, ਹਰ ਇੱਕ ਚੀਜ਼ ਦੀ ਉਹਨੂੰ ਪਛਾਣ ਹੋ ਜਾਂਦੀ ਹੈ। ਵਿਕਾਰੀ ਨੂੰ ਵੀ ਇੱਦਾਂ ਹੀ ਪਛਾਣ ਹੋ ਜਾਂਦੀ ਹੈ ਕਿੱਥੋਂ ਉਹਨੂੰ ਵਿਕਾਰ ਮਿਲੂਗਾ, ਕਿਸ ਦੀ ਸੰਗਤ 'ਚ ਰਹੂੰਗਾ ਤੇ ਵਿਕਾਰ ਮਿਲਣਗੇ। ਉਹ ਫਿਰ ਗੱਲ ਵੀ ਉਹਨਾਂ ਨਾਲ ਹੀ ਕਰਦਾ ਕਿ ਮੇਰੇ ਵਿਕਾਰ ਪੂਰੇ ਹੋ ਜਾਣ। ਤੇ ਉੱਦਾਂ ਹੀ ਫਿਰ ਹੁਣ ਇਹ ਮਨ ਕਹਿ ਰਿਹਾ ਕਿ ਤੂੰ ਸਰਬ ਕਲਾ ਕਿਆ ਗਿਆਤਾ, ਤੂੰ ਉਜਲ ਕਰਤਾ ਹੈ ਨਾ, ਤੈਨੂੰ ਪਤਾ ਆ ਕਿ ਕਿਵੇਂ ਇਸ ਵਿਕਾਰਾਂ 'ਚੋਂ ਕੱਢਣਾ ਆ ਕਿਸੇ ਨੂੰ, ਕਿਵੇਂ ਹੌਲੀ ਹੌਲੀ ਕਰਕੇ ਉਹਨੂੰ ਦਵਾਈ ਦੇਣੀ ਆ, ਸੰਗਤ ਰੂਪੀ ਦਵਾਈ ਦੇਣੀ ਆ, ਬਾਣੀ ਰੂਪੀ ਦਵਾਈ ਦੇਣੀ ਆ, ਅਰਦਾਸ ਉਹਨੂੰ ਬਖਸ਼ ਦੇਣੀ ਆ। ਕਦੋਂ ਬਖਸ਼ਣੀ ਆ, ਕਿਵੇਂ ਬਖਸ਼ਣੀ ਆ, ਕਿਵੇਂ ਆਪਣੀ ਗੋਦ 'ਚ ਬਿਠਾ ਲੈਣਾ ਹੈ ਹੌਲੀ ਹੌਲੀ। ਇਹ ਹੁਨਰ ਦਾ ਦਾਤਾ ਤੂੰ ਆ। ਮੇਰਾ ਹੁਨਰ ਕੀ ਆ ਕਿ ਹਮ मैले, ਬਸ ਇਹੀ ਮੇਰਾ ਹੁਨਰ ਆ। ਕਿਵੇਂ ਮੈਲ ਇਕੱਠੀ ਕੀਤੀ ਜਾਵੇ, ਇਹ ਮੇਰਾ ਹੁਨਰ ਆ। ਪਰ ਤੇਰਾ ਹੁਨਰ ਕੀ ਆ? ਤੂੰ ਸਰਬ ਕਲਾ ਕਾ ਗਿਆਤਾ, ਤੈਨੂੰ ਸਭ ਪਤਾ ਹੈ ਕਿਵੇਂ ਇਹਦੀ ਮੈਲ ਕੱਢਣੀ ਆ। ਫਿਰ ਕਹਿੰਦੇ ਮਾਧੋ ਦੇਖ, ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀ ਕੋ ਠਾਕੁਰ ਦੇਸਾ। ਮੈਨੂੰ ਹੋਰ ਕੁਛ ਦਿਸਦਾ ਹੀ ਨਹੀਂ, ਹੋਰ ਕੋਈ ਠਾਕੁਰ ਦਿਸਦਾ ਹੀ ਨਹੀਂ ਜੋ ਇਹੋ ਜਿਹਾ ਹੋਵੇ, ਜੋ ਪਾਪ ਖੰਡਨ ਹੋਵੇ।
ਰੋਗ ਉਹੀ ਠੀਕ ਕਰੂਗਾ ਨਾ ਜਿਹੜਾ ਰੋਗ ਰਹਿਤ ਆ। ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਜੋ ਖੁਦ ਇਹਨਾਂ ਚੀਜ਼ਾਂ ਤੋਂ ਪਰੇ ਆ, ਉਹੀ ਮੈਨੂੰ ਕੱਢ ਸਕਦਾ, ਉਹੀ ਮੇਰੇ ਪਾਪ ਜਿਹੜੇ ਆ ਉਹ ਧੋ ਸਕਦਾ। ਫਿਰ ਕਹਿ ਰਹੇ ਦੇਖ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਪਹਿਲੀ ਵਾਲੀ ਪੰਕਤੀ 'ਚ ਕਹਿ ਰਿਹਾ ਮਾਧੋ ਹਮ ਐਸੇ ਤੂੰ ਐਸਾ ਕੈਸਾ, ਉਹ ਥੱਲੇ ਲਿਖਿਆ ਕਿ ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਇਹਨੂੰ ਨੀਕੋ ਨਹੀਂ ਪੜ੍ਹਨਾ, ਨੀਕੋ। ਨੀ ਮਤਲਬ ਨਹੀਂ, ਕੋ ਮਤਲਬ ਕੋਈ। ਨੀਕੋ ਠਾਕੁਰ ਦੇਸਾ, ਕੋਈ ਹੋਰ ਤੇਰੇ ਵਰਗਾ ਠਾਕੁਰ ਮੈਨੂੰ ਦਿਸਦਾ ਨਹੀਂ ਜੋ ਜਿਹਦੇ 'ਚ ਇਹੋ ਜਿਹੇ ਗੁਣ ਹੋਣ। ਫਿਰ ਕਹਿੰਦੇ ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਨਾ, ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ। ਫਿਰ ਬੇਨਤੀ ਕਰ ਰਹੇ, ਕਹਿ ਰਹੇ ਤੁਮ ਸਭ ਸਾਜੇ, ਇਹ ਪੂਰੀ ਸ੍ਰਿਸ਼ਟੀ ਤੂੰ ਸਾਜੀ ਆ। ਤੁਮ ਸਭ ਸਾਜੇ, ਤੂੰ ਹੀ ਸਾਰਿਆਂ ਨੂੰ ਬਣਾਉਣ ਵਾਲਾ। ਫਿਰ ਕਹਿੰਦੇ ਸਾਜ ਨਿਵਾਜੇ, ਤੂੰ ਹੀ ਨਿਵਾਜਦਾ ਉਹਨਾਂ ਨੂੰ, ਤੂੰ ਹੀ ਉਹਨਾਂ ਨੂੰ ਦਾਤਾਂ ਬਖਸ਼ਦਾ ਹੈ, ਤੂੰ ਹੀ ਉਹਨਾਂ ਨੂੰ ਸੋਹਣਾ ਕਰਨ ਵਾਲਾ ਹੈ, ਤੂੰ ਹੀ ਉਹਨਾਂ ਦੇ ਪਾਪ ਖੰਡਨ ਕਰਨ ਵਾਲਾ ਹੈ, ਤੂੰ ਹੀ ਉਹਨਾਂ ਨੂੰ ਉਜਲ ਕਰਨ ਵਾਲਾ ਹੈ। ਹਮ ਮੈਲੇ ਤੁਮ ਉਜਲ ਕਰਤੇ, ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਨਾ। ਜੀਓ ਪਿੰਡ ਦੇ, ਜੀਓ ਪਿੰਡ ਇਹ ਸਰੀਰ, ਤੂੰ ਹੀ ਸਰੀਰ ਬਖਸ਼ਣ ਵਾਲਾ ਹੈ। ਤੇ ਫਿਰ ਕਹਿੰਦੇ ਹੁਣ ਤੇਰੀ ਵਡਿਆਈ ਕੀ ਆ ਕਿ ਤੂੰ ਹੀ ਸਾਰਿਆਂ ਨੂੰ ਸਾਜਿਆ, ਇਹ ਗੁਣ ਤੇਰਾ ਹੀ ਆ ਤੇ ਮੈਂ ਕੀ ਆ, ਨਿਰਗੁਣਿਆਰੇ ਗੁਣ ਨਹੀਂ ਕੋਈ। ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ। ਫਿਰ ਬੇਨਤੀ ਕਰ ਰਿਹਾ ਕਿ ਤੂੰ ਸਾਰਿਆਂ ਨੂੰ ਦੇਣ ਵਾਲਾ ਹੈ, ਮੈਨੂੰ ਵੀ ਦੇ ਦੇ। ਤੁਮ ਦਾਨ ਦੇਹੋ ਮਿਹਰਬਾਨਾ, ਨਾਮ ਦਾ ਦਾਨ ਮੰਗ ਰਹੀ ਹੈ ਰੂਹ ਕਿ ਐਸਾ ਦਾਨ ਕਿ ਮੈਂ ਜਿੱਧਰ ਦੇਖਾਂ ਮੈਨੂੰ ਤੇਰਾ ਨਾਮ ਹੀ ਦਿਸੇ। ਜੇ ਮੈਂ ਕੁਛ ਵੀ ਨਹੀਂ ਕਰ ਰਿਹਾ, ਬਸ ਬੈਠਾ ਹਾਂ ਤੇ ਮੇਰੀਆਂ ਸੋਚਾਂ ਦੇ ਵਿੱਚ ਸਿਰਫ ਤੂੰ ਹੋਵੇਂ, ਕੋਈ ਗਿਲਾ ਨਾ ਹੋਵੇ, ਕੋਈ ਸ਼ਿਕਵਾ ਨਾ ਹੋਵੇ, ਕੋਈ ਪੁਰਾਣੀਆਂ ਨਵੀਆਂ ਯਾਦਾਂ, ਕੋਈ ਵਿਕਾਰ ਨਾ ਹੋਵੇ, ਕੁਛ ਵੀ ਨਾ ਹੋਵੇ। ਬਸ ਮੈਂ ਕੁਛ ਵੀ ਕਰਾਂ ਤਾਂ ਮੇਰਾ ਧਿਆਨ ਤੇਰੇ 'ਚ ਹੋਵੇ। ਨਾਮ ਇਸੇ ਨੂੰ ਹੀ ਕਹਿੰਦੇ ਆ, ਸੁਰਤ 'ਚ ਨਾਮ ਚੱਲਣਾ। ਉਹਦਾ ਮਤਲਬ ਹੀ ਇਹੀ ਆ ਕਿ ਸੁਰਤ ਵਾਹਿਗੁਰੂ ਦੇ ਚਰਨਾਂ ਦੀ ਹੋ ਜਾਵੇ, ਸੁਰਤ ਵਾਹਿਗੁਰੂ ਦੇ ਚਰਨਾਂ ਦੀ ਹੋ ਜਾਵੇ। ਜੇ ਉਹ ਕੁਛ ਸੋਚੇ ਤਾਂ ਵਾਹਿਗੁਰੂ ਬਾਰੇ ਸੋਚੇ, ਹਰ ਵੇਲੇ ਵਾਹਿਗੁਰੂ, ਸੁਰਤ ਉਹਦੀ ਹੋ ਜਾਵੇ। ਇਹੀ ਨਾਮ ਹੈ ਤੇ ਉਹੀ ਦਾਨ ਮੰਗ ਰਿਹਾ ਕਿ ਤੁਮ ਦਾਨ ਦੇਹੋ ਮਿਹਰਬਾਨਾ। ਫਿਰ ਕਹਿੰਦੇ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਤੁਮ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਿਧਾਤੇ,
तुम रखो अपने बाला। इत्थे हुण समझ के आई यारू तां कह रही आ, तुम करो भला हम भलो ना जाने, कि तू अपने वालों सदा ही मेरी भलाई सोची और मैं सदा ही गिले शिकवे करदा रहा। मैं पानी च रहा ही नहीं। मैनू हर वारी यही लगदा रहा कि मेरे नाल ये हो गया, मेरे नाल वो हो गया। सदा ही शिकायतां, शिकवे, गिले। मैं तेरी भलाई नूं समझिया ही नहीं कि जो तू करदा है वो सही हुंदा है। वो हो सकदा मेरे लिए सही होवे। जे कुछ नहीं मिलिया तो मैं ये नहीं सोचा कि शायद मेरे लिए यही सही होवे। ये नहीं सोचा, सगों सदा ही गिले शिकवे कीते। पर हुण समझ गया, हुण समझ के आया, इसलिए हुण मन रहा कि तुम करो भला हम भलो ना जाने। सानू सिर्फ अपनी पई रही कि मेरे नाल इदां होया, मेरे नाल इदां होया। पर रूह ने कदी नहीं समझा कि शायद मेरा भला ही इस च होवे। कदी रूह भाने च नहीं रही। पर कहंदे तू तां सदा ही दयाल सी, मेरी समझ च घाट सी। तुम सदा सदा दयाला। ये भी तेरा ही गुण है। मैं तेरी कदर नहीं जानी, पर तू फिर भी दयाल आ। तू फिर मेरे तो कितनी सोहनी अरदास करवा रहा है, फिर मेरे तो बाणी पढ़ा रहा है। तेरा गुण कितना वड्डा आ। ते मैं पापी हाँ, मैं मैला हाँ। तू मैनू सही कर। तुम सुखदाई पुरख विधाते, तुम रखो अपने बाला। ये रूह ना ये कहता रही आ कि हम मूर्ख, पर ये सचमुच सियाणी भी बहुत है। क्योंकि हुण जिवें कह रही ना, तुम सुखदाई पुरख विधाते, उन्हें पता है कि तेरी गोद दे विच ही सुख आ, इसलिए दर ते आई आ। कदी माणिया होएगा उन्हों, कदी माणिया होएगा ना, वो याद होएगा कि तुम सुखदाई, तुम सुखदाई। बिना माणे कह नहीं सकदा कि तुम सुखदाई। कदी माणिया होएगा ते वो जेड़े पालिया वो हुण उन्हूं खिचदे आ कि मैं वो सुख छड्ड के इन्हां विकारां वल भजदा रहा ते हुण अरदास कर रहा कि तुम सुखदाई पुरख विधाते, तुम रखो अपने बाला। कि हुण मैनू फिर अपनी गोद च रख। मैं निमाणा आ, ना समझिया, गलतियां करदा आ, पर एक बारी फिर तेरे दर ते आ गया आ। तू मेरी लाज रख, तू रखो अपने बाला। तू अपने बच्चियां नू हुण अपने कोल ही रख। फिर कहंदे तुम निधान अटल सुल्तान, जी जंत सब जाचैं, कहो नानक हम ए है हवाला। राख संतन कै पाशै। फिर कह रहे तुम निधान अटल सुल्तान, कि तू गुणां दा खजाना है। निधान मतलब खजाना। तुम निधान अटल सुल्तान, कि अटल हुंदा सदा ही रहने वाला, जिन्हें कदी नहीं मरना। जिन्हां नाल मैं दोस्तियां कमाइयां, यारियां कमाइयां, वो कदी मेरे लिए मर गए, कदी सचमुच ही संसार तो चले गए। पर तू कदी नहीं जाने वाला। अटल सुल्तान,
ਨਾ ਤੂੰ ਕਦੀ ਮਰਨਾ ਹੈ, ਹਰ ਜੀਉ ਮਰੇ ਨਾ ਜਾਏ। ਨਾ ਤੂੰ ਕਦੀ ਪਿੱਛੇ ਹੋਣਾ। ਮੈਂ ਜ਼ਰੂਰ ਪਿੱਛੇ ਹੋ ਜਾਂਦਾ, ਵਿਕਾਰਾਂ ਦੇ ਹੜ 'ਚ ਵਹਿ ਜਾਂਦਾ, ਪਰ ਜਦੋਂ ਮੈਂ ਵਾਪਿਸ ਆਉਂਦਾ ਹਾਂ ਤੂੰ ਉੱਥੇ ਹੀ ਖੜਾ ਹੁੰਦਾ, ਅਟਲ ਸੁਲਤਾਨ। ਮੈਂ ਆਪਣੇ ਔਗਣਾਂ ਕਰਕੇ ਪਿੱਛੇ ਹੋ ਜਾਂਦਾ, ਪਰ ਤੂੰ ਆਪਣੇ ਗੁਣ ਨਹੀਂ ਛੱਡਦਾ, ਤੂੰ ਉੱਥੇ ਹੀ ਰਹਿੰਦਾ ਹੈ ਤੇ ਫਿਰ ਗੱਲ ਲਾ ਲੈਂਦਾ। ਤੂੰ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ। ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਸੈ। ਜੀ ਜੰਤ ਸਭ ਜਾਚੈ ਮਤਲਬ ਕਿ ਤੂੰ ਅਟਲ ਸੁਲਤਾਨ ਆ। ਸੁਲਤਾਨ ਮਤਲਬ ਬਾਦਸ਼ਾਹ, ਜਿਹਦੇ ਕੋਲ ਨਿਧਾਨ ਆ, ਖਜ਼ਾਨਾ ਆ। ਜੀ ਜੰਤ ਸਭ ਜਾਂਚੈ ਮਤਲਬ, ਜਾਂਚੈ ਮਤਲਬ ਹੁੰਦਾ ਮੰਗਣਾ। ਇਹ ਸਾਰੀ ਕਾਇਨਾਤ ਤੇਰੇ ਤੋਂ ਮੰਗ ਰਹੀ ਆ। ਤੂੰ ਬਾਦਸ਼ਾਹ ਆ, ਤੂੰ ਦਾਤਾਂ ਦੇਣ ਵਾਲਾ ਆ, ਤੇਰੇ ਕੋਲ ਗੁਣਾਂ ਦੇ ਖਜ਼ਾਨੇ ਆ, ਤੇ ਇਹ ਸਾਰੀ ਕਾਇਨਾਤ ਤੇਰੇ ਤੋਂ ਮੰਗਦੀ ਆ। ਮੇਰੇ ਤੇ ਵੀ ਕਿਰਪਾ ਕਰ। ਕਹੋ ਨਾਨਕ ਹਮ ਇਹ ਹਵਾਲਾ, ਭਾਵ ਹੁਣ ਕਹਿ ਰਹੇ ਕਿ ਮੈਂ ਆਪਣੇ ਦਿਲ ਦੀ ਗੱਲ ਤੇਰੇ ਅੱਗੇ ਰੱਖਤੀ। ਕਹੋ ਨਾਨਕ ਹਮ ਇਹ ਹਵਾਲਾ, ਕਿ ਹੁਣ ਮੈਂ ਆਪਣਾ ਸਭ ਕੁਛ ਤੈਨੂੰ ਦੱਸਤਾ ਕਿ ਮੇਰੇ ਅੰਦਰ ਕੀ ਚੱਲ ਰਿਹਾ, ਮੈਂ ਤੇਰੇ ਤੋਂ ਕੀ ਮੰਗਣ ਆਇਆ। ਹੁਣ ਤੂੰ ਮੇਰੀ ਲਾਜ ਰੱਖ। ਰਾਖ ਸੰਤਨ ਕੈ ਪਾਸੈ। ਦੇਖੋ ਲਗਭਗ ਹਰ ਸ਼ਬਦ 'ਚ ਹੀ ਸੰਗਤ ਦੀ ਗੱਲ ਕਰਦੇ ਆ ਗੁਰੂ ਸਾਹਿਬ, ਤੇ ਇਹ ਸੱਚ ਆ ਕਿ ਜਦੋਂ ਤੱਕ ਅਸੀਂ ਸੰਗਤ ਦੇ ਦਾਇਰੇ 'ਚ ਰਹਿੰਦੇ ਹਾਂ, ਸੰਗਤ ਦੀ ਗੱਲ ਮੰਨਦੇ ਹਾਂ, ਜਦੋਂ ਤੱਕ ਸੰਗਤ ਦਾ ਪ੍ਰਭਾਵ ਜਿਹੜਾ ਉਹ ਮਨ 'ਤੇ ਹੁੰਦਾ ਆ, ਉਦੋਂ ਤੱਕ ਕੋਈ ਵਿਕਾਰ ਨਹੀਂ ਲਾਗੇ ਆਉਂਦਾ। ਜਦੋਂ ਥੋੜ੍ਹਾ ਜਿਹਾ ਪਾਸੇ ਹੁੰਦੇ ਆ, ਸੰਗਤ ਤੋਂ ਬਾਹਰ ਜਾਂਦੇ ਆ, ਹਮੇਸ਼ਾ ਹੀ ਵਿਕਾਰਾਂ ਨੂੰ ਸਹਿਣਾ ਪੈਂਦਾ, ਇਹ ਦੁੱਖ ਨੂੰ ਭੋਗਣਾ ਪੈਂਦਾ। ਸੋ ਹਮੇਸ਼ਾ ਸੋਹਣੀ ਸੰਗਤ ਕਰੀਏ, ਜਿੱਥੋਂ ਵਿਕਾਰ ਮਿਲ ਰਿਹਾ, ਜਿੱਥੋਂ ਅਸਹਿਜਤਾ ਮਹਿਸੂਸ ਹੋ ਰਹੀ ਹੈ, ਜਿੱਥੇ ਮਨ ਚੰਚਲਤਾ ਨੂੰ ਗ੍ਰਹਿਣ ਕਰ ਰਿਹਾ, ਜਿੱਥੇ ਲੱਗ ਰਿਹਾ ਹੈ ਕਿ ਹਾਂ ਇੱਥੇ ਰਿਸ਼ਤੇ ਡਾਊਟਫੁਲ ਹੋ ਰਹੇ ਆ, ਉੱਥੋਂ ਭੱਜ ਜਾਓ। ਸਾਕਤ ਸਿਉ ਮੁਖ ਜੋਰੀਐ, ਅੱਧ ਵਿੱਚੋਂ ਟੁੱਟੈ। ਕਿਉਂ ਐਸਾ ਕੰਮ ਕਰਨਾ? ਸੋਹਣੀ ਸੰਗਤ ਕਰੀਏ, ਐਸੀ ਸੰਗਤ ਕਰੀਏ ਕਿ ਜਿੱਥੋਂ ਵਿਕਾਰ ਅੱਜ ਤੱਕ ਕਦੀ ਨਹੀਂ ਮਿਲਿਆ, ਜਿੱਥੇ ਜਦੋਂ ਵੀ ਗੱਲ ਹੋਈ ਆ ਉੱਥੇ ਸਦਾ ਹੀ ਰੂਹ ਨਾਮ ਦੇ ਖਜ਼ਾਨਿਆਂ ਨਾਲ ਹੀ ਭਰੀ ਆ। ਬਸ ਉਹ ਸੰਗਤ ਕਰੀਏ ਤੇ ਇਹ ਵਿਕਾਰ ਕਦੀ ਨਹੀਂ ਆਉਣਗੇ। ਬਸ ਅਰਦਾਸ 'ਚ ਰਹੀਏ, ਆਪਣੀ ਰੂਹ ਦੇ ਖਾਲੀਪਨ ਨੂੰ ਭਰਨ ਲਈ ਹੋਰ ਵਿਕਾਰ ਨਾ ਸਹੇੜੀਏ, ਸਗੋਂ ਇੱਦਾਂ ਦੀਆਂ ਅਰਦਾਸ ਬੇਨਤੀਆਂ 'ਚ ਗੁਜ਼ਰੀਏ। ਐਸੇ ਹਜ਼ਾਰਾਂ ਹੀ ਸ਼ਬਦ ਨੇ ਜਿੱਥੇ ਬੇਨਤੀ ਸਰੂਪ ਹੋ ਕੇ ਰੂਹ ਸਿੱਧਾ ਵਾਹਿਗੁਰੂ ਨੂੰ ਅਰਦਾਸ ਕਰ ਰਹੀ ਹੈ। ਤੇ ਕਿਉਂ ਨਾ ਅਸੀਂ ਵੀ ਇੱਦਾਂ ਦੀ ਅਰਦਾਸ ਕਰੀਏ ਜਦੋਂ ਵੀ ਮਨ ਖਰਾਬ ਹੋਵੇ, ਸੋਹਣੀ ਸੰਗਤ ਕਰੀਏ। ਬਾਕੀ ਦੇਣ ਵਾਲੇ ਗੁਰੂ ਸਾਹਿਬ ਨੇ, ਉਹ ਪਤਾ ਨਹੀਂ ਉਹਨੇ ਇੱਕਦਮ ਕਦੋਂ ਦੇ ਦੇਣਾ। ਕੋਈ ਬੇਨਤੀ, ਬਾਣੀ ਰੂਪ ਬੇਨਤੀ ਜਿਹੜੀ ਆ, ਵੈਸੇ ਤਾਂ ਉਹ ਕਦੀ ਵੀ ਅਸਵੀਕਾਰ ਨਹੀਂ ਕਰਦੇ, ਹਮੇਸ਼ਾ ਸਵੀਕਾਰ ਕਰ ਲੈਂਦੇ ਆ। ਜਪਦੇ ਰਹੀਏ, ਨਾਮ ਨਾ ਛੱਡੀਏ, ਬਾਣੀ ਨਾ ਛੱਡੀਏ। ਇਸ ਸਮੇਂ ਬਾਣੀ ਨਾਮ ਪੜ੍ਹਨ ਦਾ ਦਿਲ ਵੀ ਨਹੀਂ ਹੁੰਦਾ ਜਦੋਂ ਰੂਹ ਵਿਕਾਰੀ ਹੋ ਜਾਂਦੀ ਆ, ਪਰ ਅਰਦਾਸ ਬੇਨਤੀਆਂ 'ਚ ਐਸੀ ਸ਼ਕਤੀ ਆ ਕਿ ਫਿਰ ਤੋਂ ਸੂਕੇ ਹਰੇ ਕੀਏ ਖਿਨਵਾਹੇ ਵਾਲੀ ਕਿਰਪਾ ਵਰਤਦੀ ਆ, ਅਨਮੋਲ ਖਜ਼ਾਨੇ ਮਿਲਦੇ ਆ, ਫਿਰ ਤੋਂ ਰੂਹ ਜਪਣ ਲੱਗਦੀ ਆ, ਫਿਰ ਤੋਂ ਵਾਪਸੀ ਹੋ ਜਾਂਦੀ ਆ।
ਸੋ ਜਪਦੇ ਰਹੀਏ ਤੇ ਰੂਹ ਆਬਾਦ ਰਹੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।